ਸਤਿ ਸ਼੍ਰੀ ਅਕਾਲ, ਨਮਸਤੇ ਜੀ ਆਇਆਂ ਨੂੰ ਬੱਚਿਓ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਸੋ ਅੱਜ ਦੀ ਸਟੱਡੀ ਵਿੱਚ ਜੋ ਅਗਲਾ ਅਸੀਂ ਪਾਠ ਕਰਨ ਜਾ ਰਹੇ ਹਾਂ 9th ਕਲਾਸ ਦਾ ਹੈ ਮਹਾਤਮਾ ਬੁੱਧ ਦੀਆਂ ਸੂਖਮਤਾਈਆਂ। ਮਹਾਤਮਾ ਬੁੱਧ ਦਾ ਨਾਮ ਸਭ ਨੇ ਸੁਣਿਆ ਹੀ ਹੋਵੇਗਾ। ਲਗਭਗ ਅੱਜ ਤੋਂ 2500 ਸਾਲ ਪਹਿਲਾਂ ਇਸ ਦੁਨੀਆ ਵਿੱਚ ਹੋਏ ਸਨ। ਉਹਨਾਂ ਬਾਰੇ ਹਰ ਕੋਈ ਜਾਣਦਾ ਹੈ। ਸੂਖਮਤਾਈਆਂ ਸ਼ਬਦ ਦਾ ਅਰਥ ਹੈ ਜਿਹੜੀਆਂ ਕਿ ਬਿਲਕੁਲ ਜੀਵਨ ਦੀਆਂ ਸੂਖਮ ਗੱਲਾਂ, ਛੋਟੀਆਂ-ਛੋਟੀਆਂ ਬਰੀਕ-ਬਰੀਕ ਗੱਲਾਂ ਜਿਹੜੀਆਂ ਕਿ ਸਾਨੂੰ ਕਈ ਵਾਰੀ ਆਪ ਸਮਝ ਹੀ ਨਹੀਂ ਆਉਂਦੀਆਂ। ਉਹਨਾਂ ਨੇ ਉਹਨਾਂ ਗੱਲਾਂ ਨੂੰ ਜੀਵਨ ਵਿੱਚ ਕਿਸ ਤਰ੍ਹਾਂ ਸਮਝਾਇਆ ਲੋਕਾਂ ਨੂੰ, ਉਹਨਾਂ ਬਾਰੇ ਪੜ੍ਹਾਂਗੇ। ਸੋ ਸਾਡੇ ਚੈਪਟਰ ਵਿੱਚ ਜਿਹੜੇ ਮਹਾਤਮਾ ਬੁੱਧ ਦੀ ਸੂਖਮਤਾਈਆਂ ਨੇ, ਛੋਟੀਆਂ-ਛੋਟੀਆਂ ਕਹਾਣੀਆਂ, ਛੋਟੇ-ਛੋਟੇ ਕਹਿ ਲਓ ਕਿ ਇੱਕ ਅੰਸ਼ ਦਿੱਤੇ ਹੋਏ ਨੇ ਉਹਨਾਂ ਦੇ ਜੀਵਨ ਵਿੱਚ ਜੋ ਵੀ ਘਟਨਾ ਘਟੀ ਹੈ ਉਸ ਬਾਰੇ ਜ਼ਿਕਰ ਕਰਕੇ ਸੂਖਮ ਗੱਲਾਂ ਦਾ ਜਿਹੜਾ ਕਿ ਸਾਨੂੰ ਪਤਾ ਲੱਗੇਗਾ। ਸੋ ਇੱਕ ਵਾਰੀ ਮਹਾਤਮਾ ਬੁੱਧ ਦੇ ਸਾਹਮਣੇ ਇੱਕ ਵਿਅਕਤੀ ਆਇਆ ਜਿਸ ਨੇ ਆ ਕੇ ਮਹਾਤਮਾ ਬੁੱਧ ਨੂੰ ਦੱਸਿਆ ਕਿ ਮਹਾਤਮਾ ਬੁੱਧ ਜੀ, ਮੈਂ ਨਾ 25 ਸਾਲ ਦੇ ਅਭਿਆਸ ਜਾਂ ਪ੍ਰੈਕਟਿਸ ਕਰਕੇ ਮੈਂ ਪਾਣੀ 'ਤੇ ਤੁਰਨਾ ਸਿੱਖ ਲਿਆ, ਮੈਨੂੰ ਪਾਣੀ 'ਤੇ ਚੱਲਣਾ ਆ ਗਿਆ ਹੈ। ਉਸ ਵਿਅਕਤੀ ਨੂੰ ਲੱਗਾ ਸੀ ਕਿ ਮਹਾਤਮਾ ਬੁੱਧ ਉਸਦੀ ਗੱਲ ਸੁਣ ਕੇ ਬੜੇ ਖੁਸ਼ ਹੋਣਗੇ, ਉਸਦੀ ਬੜੀ ਪ੍ਰਸ਼ੰਸਾ ਕਰਨਗੇ। ਲੇਕਿਨ ਮਹਾਤਮਾ ਬੁੱਧ ਨੇ ਕਿਹਾ, ਤੂੰ ਤਾਂ ਆਪਣੇ 25 ਸਾਲ ਦੇ ਜੀਵਨ ਵਿਅਰਥ ਕਰ ਲਏ, ਗਵਾ ਲਏ ਨੇ, ਵੇਸਟ ਕਰ ਲਏ ਨੇ। ਇਹਦੇ ਨਾਲ ਚੰਗਾ ਕਿ ਜਿਹੜਾ ਤੂੰ 25 ਸਾਲਾਂ ਵਿੱਚ ਇੱਕ ਹੀ ਕੰਮ ਸਿੱਖਿਆ, ਪਾਣੀ 'ਤੇ ਤੁਰਨਾ, ਤੂੰ ਉਹੀ 25 ਸਾਲਾਂ ਵਿੱਚ 10 ਕੰਮ ਸਿੱਖ ਸਕਦਾ ਸੀ, 10 ਹੋਰ ਕੰਮ ਕਰ ਸਕਦਾ ਸੀ, ਲੋਕ ਭਲਾਈ ਦਾ ਕੰਮ ਕਰ ਸਕਦਾ ਸੀ, ਤੂੰ ਅਧਿਆਤਮ ਕਰ ਸਕਦਾ ਸੀ, ਤੈਨੂੰ ਜੀਵਨ ਜਿਉਣ ਦਾ ਸਹੀ ਤਰੀਕਾ ਪਤਾ ਚੱਲ ਸਕਦਾ ਸੀ। ਤੂੰ ਆਪਣੇ 25 ਸਾਲ ਜਿਹੜੇ ਨੇ ਕਿ ਵੇਸਟ ਕਰ ਦਿੱਤੇ ਨੇ ਕਿ ਪਾਣੀ ਉੱਤੇ ਤੁਰਨਾ ਸਿੱਖ ਕੇ। ਸੋ ਪਹਿਲੀ ਗੱਲ ਜਿਹੜੀ ਉਹਨਾਂ ਨੇ ਇਹ ਕੀਤੀ। ਫਿਰ ਉਹਨਾਂ ਨੇ ਕਿਹਾ, ਮਹਾਤਮਾ ਬੁੱਧ ਨੇ ਕਿਹਾ ਕਿ ਤੂੰ ਆਪਣਾ ਜਿਹੜਾ ਜੀਵਨ ਸੀ 25 ਸਾਲ ਚੰਗੇ ਲੇਖੇ ਲਾਉਂਦਾ, ਅਤੇ ਜਿਹੜਾ ਪਾਣੀ ਆ ਜਿਹੜਾ ਤੂੰ 25 ਸਾਲ ਲਗਾ ਤੇ ਪਾਣੀ ਚੱਲਣਾ ਸਿੱਖਿਆ, ਉਹ ਤਾਂ ਤੈਨੂੰ ਕੋਈ ਕਸ਼ਤੀ ਵਿੱਚ ਬਿਠਾ ਕੇ, ਬੇੜੀ 'ਚ ਬਿਠਾ ਕੇ ਮਲਾਹ ਵੀ ਪਾਰ ਕਰਾ ਸਕਦਾ ਸੀ। ਪਰ ਅਸਲੀ ਜਿਹੜੀ ਚੀਜ਼ ਪ੍ਰਾਪਤ ਕਰਨੀ ਸੀ ਜੀਵਨ ਵਿੱਚ ਆ ਕੇ 25 ਸਾਲ ਤੋਂ ਉਹ ਆਪਣੇ ਖਰਾਬ ਕਰ ਲਿੱਤੇ ਨੇ। ਸੋ ਦੂਸਰੀ ਹੋਰ ਇੱਕ ਘਟਨਾ ਲਿਖੀ ਹੈ ਕਿ ਇੱਕ ਵਾਰੀ ਦੋ ਵਿਅਕਤੀ ਆਏ ਜਿਹੜੇ ਮਹਾਤਮਾ ਬੁੱਧ ਦੇ ਟਾਈਮ ਵਿੱਚ ਨਾ ਲੋਕ ਆਪਣੇ ਆਪ ਨੂੰ ਕਸ਼ਟ ਦੇ ਦੇ ਕੇ ਰੱਬ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਸਨ। ਮਹਾਤਮਾ ਬੁੱਧ ਜੀ ਨੇ ਵੀ ਇੰਜ ਕੀਤਾ ਸੀ, ਪਰ ਬਾਅਦ ਵਿੱਚ ਮਹਾਤਮਾ ਬੁੱਧ ਨੂੰ ਸਮਝ ਆ ਗਈ ਕਿ ਆਪਣੇ ਆਪ ਨੂੰ ਕਸ਼ਟ ਦੇ ਕੇ ਰੱਬ ਨਹੀਂ ਪ੍ਰਾਪਤ ਹੋ ਸਕਦਾ, ਵੀ ਰੱਬ ਪ੍ਰਾਪਤ ਕਰਨ ਦਾ ਤਾਂ ਹੋਰ ਆਸਾਨ ਤਰੀਕੇ ਹਨ, ਕਸ਼ਟ ਦੇਣ ਦੀ ਲੋੜ ਨਹੀਂ। ਸੋ ਇੱਕ ਵਾਰ ਦੋ ਵਿਅਕਤੀ ਮਹਾਤਮਾ ਬੁੱਧ ਕੋਲ ਆਏ ਜਿਹੜੇ ਕਹਿੰਦੇ ਨੇ ਕਿ ਅਸੀਂ ਇਨਸਾਨ ਤੋਂ ਕੁੱਤਾ ਅਤੇ ਇਨਸਾਨ ਤੋਂ ਕਾਂ ਬਣ ਸਕਦੇ ਹਨ। ਉਹ ਵੀ ਅੱਜ ਚਾਹੁੰਦੇ ਸੀ ਕਿ ਮਹਾਤਮਾ ਬੁੱਧ ਇਹ ਗੱਲ ਸੁਣ ਕੇ ਤਾਂ ਉਹਨਾਂ ਦੀ ਬੜੀ ਪ੍ਰਸ਼ੰਸਾ ਕਰਨਗੇ। ਮਹਾਤਮਾ ਬੁੱਧ ਨੇ ਕਿਹਾ ਕਿ ਤੁਹਾਨੂੰ ਫਿਰ ਜਿਹੜਾ ਮਨੁੱਖ ਦਾ ਜਨਮ ਮਿਲਿਆ ਹੈ ਉਸ ਦਾ ਕੀ ਫਾਇਦਾ। ਕਹਿੰਦੇ ਨੇ ਮਹਾਤਮਾ ਬੁੱਧ ਨੇ ਸਮਝਾਇਆ ਕਿ ਮਨੁੱਖ ਦਾ ਜਿਹੜਾ ਜਨਮ ਮਿਲਦਾ ਹੈ ਸਾਨੂੰ, ਉਹ ਬੜੇ ਜੋਨੀਆਂ 'ਚੋਂ ਨਿਕਲ ਕੇ ਬੜੇ ਜਨਮਾਂ ਤੋਂ ਬਾਅਦ ਮਿਲਦਾ। ਸੋ ਇਸ ਜਨਮ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ, ਸਗੋਂ ਇਹਨੂੰ ਸੁਚੱਜੇ ਤਰੀਕੇ ਨਾਲ ਜਿਉਣਾ ਚਾਹੀਦਾ, ਸਹੀ ਦਿਸ਼ਾ ਵੱਲ ਸਹੀ ਕੰਮਾਂ ਵਿੱਚ ਲਾਉਣਾ ਚਾਹੀਦਾ ਜੇ ਜੀਵਨ ਮਿਲਿਆ ਹੀ ਹੈ। ਕਿਉਂਕਿ ਇੱਕ ਮਨੁੱਖ ਹੀ ਐਸੀ ਜੋਨੀ ਜਿਸ ਵਿੱਚ ਇਨਸਾਨ ਨੂੰ ਦਿਮਾਗ ਹੈ, ਹਰ ਚੀਜ਼ ਦੀ ਸਮਝ ਹੈ, ਬੋਲ ਸਕਦਾ, ਲਿਖ ਸਕਦਾ, ਪੜ੍ਹ ਸਕਦਾ, ਸੁਣ ਸਕਦਾ, ਹਰ ਚੀਜ਼ ਹੈ। ਲੇਕਿਨ ਪੰਛੀ ਔਰ ਜਾਨਵਰਾਂ ਕੋਈ ਚੀਜ਼ ਨਹੀਂ ਹੈ ਜੋ ਇਨਸਾਨ ਕੋਲ ਹੈ। ਸੋ ਮਹਾਤਮਾ ਬੁੱਧ ਨੇ ਸਮਝਾਇਆ ਕਿ ਅਗਰ ਜੇ ਮਨੁੱਖ ਦਾ ਜਨਮ ਮਿਲਿਆ ਹੈ ਤਾਂ ਉਸਨੂੰ ਫਾਲਤੂ ਦੇ ਕੰਮਾਂ 'ਚ ਕਾਂ ਕੁੱਤਾ ਬਣ ਕੇ ਨਾ ਵਿਅਰਥ ਗਵਾਓ, ਇਹਨੂੰ ਚੰਗੇ ਤਰੀਕੇ ਨਾਲ ਚੰਗੇ ਕੰਮਾਂ ਵਿੱਚ ਲਗਾਓ। ਫਿਰ ਮਹਾਤਮਾ ਬੁੱਧ ਦੇ ਬਹੁਤ ਚੇਲੇ ਸਨ, ਲੇਕਿਨ ਮਹਾਤਮਾ ਬੁੱਧ ਦਾ ਜਿਹੜਾ ਖਾਸ ਚੇਲਾ ਸੀ ਉਸਦਾ ਨਾਮ ਸੀ ਪੁੱਟਾ। ਇੱਕ ਵਾਰ ਮਹਾਤਮਾ ਬੁੱਧ ਬੈਠੇ ਕੋਈ ਉਪਦੇਸ਼ ਦੇ ਰਹੇ ਸਨ ਤਾਂ ਮਹਾਤਮਾ ਬੁੱਧ ਦੇ ਚੇਲੇ ਪੁੱਟਾ ਨੇ ਉਹਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਮਹਾਤਮਾ ਜੀ, ਤੁਹਾਡੇ ਤੋਂ ਵਰਗਾ, ਤੁਹਾਡੇ ਤੋਂ ਵੱਡਾ ਇਸ ਸੰਸਾਰ ਵਿੱਚ ਨਾ ਕਦੀ ਕੋਈ ਬੁੱਧ ਹੋਇਆ ਸੀ, ਨਾ ਹੈ, ਨਾ ਹੋਏਗਾ। ਉਹ ਆਪਣੇ ਵੱਲੋਂ ਜਿਹੜਾ ਚੇਲਾ ਸੀ ਮਹਾਤਮਾ ਬੁੱਧ ਦੀ ਪ੍ਰਸ਼ੰਸਾ ਕਰ ਰਿਹਾ ਸੀ। ਉਸਨੂੰ ਵੀ ਲੱਗ ਰਿਹਾ ਸੀ ਕਿ ਮਹਾਤਮਾ ਬੁੱਧ ਉਸਦੀ ਬੜੀ ਖੁਸ਼ ਹੋਣਗੇ ਉਸਦੀ ਗੱਲ ਸੁਣ ਕੇ। ਲੇਕਿਨ ਮਹਾਤਮਾ ਬੁੱਧ ਨੇ ਕਿਹਾ ਕਿ ਤੂੰ ਮੇਰੇ ਤੋਂ ਪਹਿਲਾਂ ਹੋਏ ਜਿੰਨੇ ਵੀ ਬੁੱਧ ਜਾਂ ਜਿੰਨੇ ਵੀ ਲੋਕ ਨੇ ਉਹਨਾਂ ਸਭ ਬਾਰੇ ਜਾਣਨਾ ਹੈ, ਜਾਂ ਜਿੰਨੇ ਇਸ ਟਾਈਮ ਸਮੇਂ ਹੈ ਵਰਤਮਾਨ ਸਮੇਂ ਸਾਰੇ ਬੁੱਧਾਂ ਬਾਰੇ ਜਾਣਦਾ ਹੈ, ਜਾਂ ਜੋ ਸਮੇਂ ਵਿੱਚ ਆਉਣ ਵਾਲੇ ਨੇ, ਭਵਿੱਖ ਵਿੱਚ ਆਉਣ ਵਾਲੇ, ਕੀ ਤੂੰ ਉਹਨਾਂ ਸਭ ਬਾਰੇ ਜਾਣਦਾ ਹੈ। ਤਾਂ ਇਹ ਗੱਲ ਸੁਣ ਕੇ ਪੁੱਟਾ ਨੇ ਨੀਵੀਂ ਪਾਲੀ ਮਤਲਬ ਉਸਨੂੰ ਸ਼ਰਮ ਆ ਗਈ ਕਿ ਉਹ ਫਿਰ ਕਿਸ ਤਰੀਕੇ ਨਾਲ ਕਿਉਂ ਕਹਿ ਰਿਹਾ ਸੀ ਕਿ ਮਹਾਤਮਾ ਬੁੱਧ ਜੀ, ਨਾ ਤੁਹਾਡੇ ਵਰਗਾ ਬੁੱਧ ਸੀ, ਨਾ ਹੈ, ਨਾ ਹੋਵੇਗਾ। ਤਾਂ ਮਹਾਤਮਾ ਬੁੱਧ ਨੇ ਕਿਹਾ ਸੀ, ਓਨੀ ਕੋਈ ਸ਼ੇਖੀ ਮਾਰਨੀ ਚਾਹੀਦੀ, ਓਨੀ ਕੋਈ ਗੱਲ ਕਰਨੀ ਚਾਹੀਦੀ ਹੈ ਜਿਹੜੀ ਕਿ ਸਹੀ ਲੱਗੇ। ਫਾਲਤੂ ਦੀ ਜਿਹੜੀ ਹੈਂਕੜਬਾਜ਼ੀ ਜਾਂ ਫਾਲਤੂ ਦੀਆਂ ਗੱਲਾਂ ਜਿਹੜੀਆਂ ਹੈ ਫੜਾਂ ਜਿਹੜੀਆਂ ਹੁੰਦੀਆਂ ਉਹ ਨਹੀਂ ਮਾਰਨੀਆਂ ਚਾਹੀਦੀਆਂ ਵੀ। ਮਹਾਤਮਾ ਬੁੱਧ ਨੇ ਸਮਝਾਇਆ ਕਿ ਤੂੰ ਚੇਲਾ ਹੈ ਮੇਰਾ, ਅਤੇ ਜੋ ਮੈਂ ਸਹੀ ਉਪਦੇਸ਼ ਦੇਣਾ ਉਸਨੂੰ ਤੂੰ ਵੀ ਸੁਣਿਆ ਕਰ। ਸਿਰਫ ਨਾਲ ਰਹਿਣਾ ਹੀ ਜ਼ਰੂਰੀ ਨਹੀਂ ਹੈ, ਉਹਨਾਂ ਗੱਲਾਂ 'ਤੇ ਅਮਲ ਵੀ ਕਰਨਾ ਜ਼ਰੂਰੀ ਹੈ। ਸੋ ਇੱਕ ਵਾਰ ਦੀ ਹੋਰ ਅਗਲੀ ਗੱਲ ਦੱਸੀ ਹੈ। ਪਹਿਲਾਂ ਅਸੀਂ ਪੜ੍ਹੀ 25 ਸਾਲ ਜਿੰਨੇ ਵਿਅਕਤੀ ਨੇ ਪਾਣੀ 'ਚ ਵਿਅਰਥ ਕਰ ਦਿੱਤੇ। ਦੂਸਰੀ ਕਊਏ ਤੇ ਕੁੱਤਾ ਜਿਹੜਾ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਤੀਸਰੀ ਸੀ ਪੁੱਟਾ ਵਾਲੀ ਜਿਹੜਾ ਮਹਾਤਮਾ ਬੁੱਧ ਦਾ ਚੇਲਾ ਸੀ। ਹੁਣ ਚੌਥੀ ਹੈ, ਇੱਕ ਵਿਅਕਤੀ ਸੀ ਜਿਹੜਾ ਮਹਾਤਮਾ ਬੁੱਧ ਦਾ ਦੋਸਤ ਬਣਿਆ ਹੋਇਆ ਸੀ। ਮਹਾਤਮਾ ਬੁੱਧ ਇੱਕ ਵਾਰੀ ਉਸ ਚਲਦੇ ਲੋਕ ਉਪਦੇਸ਼ ਕਰਦੇ ਇੱਕ ਵਾਰ ਉਸ ਵਿਅਕਤੀ ਦੇ ਘਰ ਚਲੇ ਗਏ। ਲੇਕਿਨ ਜਿਹੜਾ ਮਹਾਤਮਾ ਬੁੱਧ ਉਸਨੂੰ ਆਪਣਾ ਦੋਸਤ ਮੰਨਦੇ ਸਨ, ਲੇਕਿਨ ਉਹ ਵਿਅਕਤੀ ਮਹਾਤਮਾ ਬੁੱਧ ਨੂੰ ਆਪਣਾ ਦੋਸਤ ਨਹੀਂ ਸੀ ਮੰਨਦਾ, ਘਿਰਣਾ ਨਫ਼ਰਤ ਕਰਦਾ ਸੀ ਮਹਾਤਮਾ ਬੁੱਧ ਤੋਂ। ਮਹਾਤਮਾ ਬੁੱਧ ਜਦੋਂ ਉਸਦੇ ਘਰ ਗਏ, ਉਸਦੇ ਦਰਵਾਜ਼ੇ ਤੇ ਗਏ ਤਾਂ ਮਹਾਤਮਾ ਬੁੱਧ ਨੂੰ ਗਾਲਾਂ ਕੱਢਣ ਲੱਗ ਪਿਆ, ਬਹੁਤ ਗੰਦੀਆਂ ਗਾਲਾਂ ਕੱਢਣ ਲੱਗ ਪਿਆ। ਤਾਂ ਅੱਗੋਂ ਮਹਾਤਮਾ ਬੁੱਧ ਨੇ ਉਸਨੂੰ ਪੁੱਛਿਆ ਕਿ ਜੇਕਰ
तेरे दरवाजे ते कोई तेरे को भीख मंगण आवे या कोई दक्षिणा लैण वाला आवे, या तू ਉਹਨੂੰ दक्षिणा देना है या सामने वाले ਨੂੰ तू कुछ देना है, तो सामने वाला जे कोई तेरे तो चीज़ लैण तो ना कर दिंदा है तो फिर चीज़ का की बनेगा। मतलब उदाहरण दे रही सी कि जे सपोज ਤੁਹਾਡੇ ਕੋਲੋਂ ਕੋਈ ਚੀਜ਼ ਲੈਣ ਆ, ਤੁਸੀਂ ਸਾਹਮਣੇ ਵਾਲੇ ਨੂੰ ਕਿਸੇ ਨੂੰ ਕੋਈ ਚੀਜ਼ ਦਿੰਦੇ ਹੋ ਤੇ ਸਾਹਮਣੇ ਵਾਲਾ ਤੁਹਾਡੇ ਤੋਂ ਲੈਣ ਤੋਂ ਮਨਾ ਕਰ ਦਿੰਦਾ, ਮੈਨੂੰ ਨਹੀਂ ਚਾਹੀਦੀ, ਤਾਂ ਚੀਜ਼ ਕਿਹਦੇ ਕੋਲ ਜਾਏਗੀ? ਉਸੇ ਕੋਲ ਜਾਏਗੀ ਨਾ ਜਿਹੜਾ ਦੇ ਰਿਹਾ ਸੀ। ਤਾਂ ਮਹਾਤਮਾ ਬੁੱਧ ਨੇ ਕਿਹਾ ਕਿ ਤੂੰ ਮੈਨੂੰ ਗਾਲਾਂ ਕੱਢ ਰਿਹਾ ਹੈ, ਤੂੰ ਮੈਨੂੰ ਗਾਲਾਂ ਕੱਢ ਰਿਹਾ ਨਫ਼ਰਤ ਕਰਕੇ, पर मैं तेरिया गाला नहीं अपना रहा, मैं तेरिया गाला नहीं लै रहा, अपनी चोली नहीं पा रहा, तो सब गाला सारिया तेरे को वापस गईयां। मतलब उस इंसान ने महात्मा बुद्ध ਨੂੰ नफरत ਵਿੱਚ गाला ਕੱਢਿਆ। महात्मा बुद्ध ਚਾਹੁੰਦੇ ਤਾਂ ਉਸਨੂੰ गाला ਦਾ जवाब गाला ना भी दे सकते सी, ਹੋਰ भी बदसलूकी कर सकते सी, पर महात्मा बुद्ध ने वो चीज़ नहीं की। उन्होंने सिर्फ यही कहा कि तू मैनू गाला दित्तियां, गाला कढ़ियां, मैं गाला नहीं लईयां ते तेरिया गाला तेरे को वापस गईयां भी। सो ये सी महात्मा बुद्ध दी सूखमताइयाँ, ये उन्होंने सूखमताएं सूक्ष्म गल्लां जिहड़े जीवन विच अपनाउण वास्ते समझाया सन उन्होंने। सो महात्मा बुद्ध ने कहा कि तेरिया गालां मैं नहीं लईयां, पर यह है कि हुण तो मैं अपना एक जिहड़ा मैं जिन्हों सोचा सी कि मैं एक दोस्त बनावांगा, वो मैं अपना एक दोस्त जिहड़ा है मैं गवा बैठा हाँ कि तू। सो महात्मा बुद्ध ने उस व्यक्ति को समझाया कि मैं ये बस तो मैं तेनों दोस्त बनाउण आया सी, हुण ये कि तू मेरा तू अपने आप तू भी एक दोस्त गवा लिया, तो एक मैं भी दोस्त जिहड़ा गवा लिया है। फिर महात्मा बुद्ध ने सौखी ते औखी जिंदगी बारे दसिया। सौखी मतलब आसान ना आराम और आसान, और औखी मतलब मुश्किल। महात्मा बुद्ध ने एक दिन कथा करते दसिया कि उन्हां जिहड़े लोग जिहड़े बेशरम लड़ाके या शरारती ते वेले लोग हुंदे हन, उन्हां लई जिंदगी बितानी आसान हुंदी है। ਜਿਹੜੇ ਵਿਹਲੇ ਰਹਿੰਦੇ ਹਨ, ਖਾਲੀ ਰਹਿੰਦੇ ਹਨ, ਬੇਸ਼ਰਮ ਹੁੰਦੇ ਨੇ, ਸ਼ਰਾਰਤੀ ਹੁੰਦੇ ਨੇ, ਲੜਾਕੇ ਹੁੰਦੇ ਨੇ, ਉਹਨਾਂ ਲਈ ਜ਼ਿੰਦਗੀ ਬਿਤਾਨੀ ਆਸਾਨ ਹੈ। ਤੇ ਜਿਹੜੇ ਈਮਾਨਦਾਰ, ਨੇਕ ਨੀਅਤ, ਮਿਹਨਤ ਕਰਨ ਵਾਲੇ, ਸੱਚੇ ਦਿਲ ਵਾਲੇ ਹੁੰਦੇ ਹਨ, ਉਹਨਾਂ ਲਈ ਜ਼ਿੰਦਗੀ ਬਿਤਾਨੀ ਜਿਹੜੀ ਹੈ ਉਹ ਮੁਸ਼ਕਿਲ ਹੁੰਦੀ ਹੈ। ਪਰ ਰਿਜ਼ਲਟ ਕੀ ਹੁੰਦਾ ਹੈ ਜਾ ਕੇ? ਜਿਹੜੇ ਵਿਹਲੇ ਰਹਿੰਦੇ ਨੇ ਜਾਂ ਪੜ੍ਹਾਈ ਨਹੀਂ ਕਰਦੇ ਸਾਰਾ ਸਾਲ, ਜਿਸ ਤਰ੍ਹਾਂ ਉਦਾਹਰਨ ਲੈ ਲਓ, ਜਿਹੜੇ ਬੱਚੇ ਸਾਰਾ ਸਾਲ ਵਿਹਲੇ ਰਹੇ, ਪੜ੍ਹਾਈ ਨਹੀਂ ਕੀਤੀ, ਸਾਰਾ ਸਾਲ ਤੇ ਉਹਨਾਂ ਮੌਜਾਂ ਮਾਰ ਲੀਆਂ, ਲੇਕਿਨ ਅੰਤ ਵਿੱਚ ਕੀ ਹੁੰਦਾ ਹੈ? ਸਕੂਲ ਜਦੋਂ ਪੇਪਰ ਹੁੰਦੇ ਹਨ, ਉਹਨਾਂ ਦਾ ਰਿਜ਼ਲਟ ਮਾੜਾ ਆਉਂਦਾ ਹੈ, ਫਿਰ ਉਹੀ ਕਲਾਸ ਰਹਿ ਜਾਣਗੇ। ਸੋ ਜਿਹੜੇ ਬੱਚੇ ਮਿਹਨਤ ਕਰਦੇ ਨੇ, ਲੱਗੇ ਰਹਿੰਦੇ ਨੇ ਪੜ੍ਹਾਈ ਵਿੱਚ, ਮਿਹਨਤੀ ਹੁੰਦੇ ਨੇ, ਉਹਨਾਂ ਦਾ ਰਿਜ਼ਲਟ ਕੀ ਆਉਂਦਾ ਹੈ? ਫਲਦਾਇਕ ਹੁੰਦਾ, ਉਹਨਾਂ ਦਾ ਰਿਜ਼ਲਟ ਮਿੱਠਾ ਹੁੰਦਾ ਹੈ, ਪਾਸ ਹੋ ਜਾਂਦੇ ਹਨ। ਸੋ ਮਹਾਤਮਾ ਬੁੱਧ ਨੇ ਸਮਝਾਇਆ ਕਿ ਜਿਹੜੇ ਵਿਹਲੇ ਆਦਮੀ ਰਹਿਣ ਵਾਲੇ ਨੇ, ਉਹਨਾਂ ਦੀ ਜ਼ਿੰਦਗੀ, ਉਹਨਾਂ ਵਾਸਤੇ ਜ਼ਿੰਦਗੀ ਬਿਤਾਉਣੀ ਆਸਾਨ ਹੈ, ਤੇ ਜਿਹੜੇ ਨੇਕ ਨੀਅਤ, ਚੰਗੇ ਦਿਲ ਵਾਲੇ, ਮਿਹਨਤਕਸ਼ ਹੁੰਦੇ ਨੇ, ਉਹਨਾਂ ਵਾਸਤੇ ਜ਼ਿੰਦਗੀ ਬਿਤਾਉਣੀ ਮੁਸ਼ਕਿਲ ਹੁੰਦੀ ਹੈ। ਸੋ ਅੱਗੇ ਮਹਾਤਮਾ ਬੁੱਧ ਨੇ ਹੋਰ ਕਿਹੜੀ ਗੱਲ 'ਤੇ ਆਪਣਾ ਸੂਖਮ ਜਿਹੜੇ ਵਿਚਾਰ ਦਿੱਤੇ ਹਨ, ਉਹ ਕਿ ਲੰਮੇ ਭਾਸ਼ਣ ਨਹੀਂ ਦੇਣੇ ਚਾਹੀਦੇ ਕਿਸੇ ਵੀ ਇਨਸਾਨ ਨੂੰ। ਲੰਮੇ ਭਾਸ਼ਣ ਦੇਣ ਦੀ ਬਜਾਏ, ਲੰਮੇ ਭਾਸ਼ਣ ਦੇ ਕੇ ਸਾਹਮਣੇ ਵਾਲੇ ਨੂੰ ਬੋਰ ਜਾਂ ਬੋਰੀਅਤ ਕਰਨ ਤੋਂ ਬਜਾਏ, ਛੋਟੇ ਵਾਕਾਂ ਵਿੱਚ, ਥੋੜ੍ਹੇ ਸ਼ਬਦਾਂ ਵਿੱਚ ਵੱਡੀ ਗੱਲ ਕਹਿਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਸੀ ਕਿ ਜਿਹੜੀ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਜਿਹੜੀ ਕੋਈ ਵੀ ਤੁਸੀਂ ਕਿਸੇ ਦਾ ਉਪਦੇਸ਼ ਦਿੰਦੇ ਹੋ, ਕਿਸੇ ਨੂੰ ਉਪਦੇਸ਼ ਦਿੰਦੇ ਹੋ, ਕਿਸੇ ਨੂੰ ਸਮਝਾਉਂਦੇ ਹੋ, ਤਾਂ ਉਹਨੂੰ ਥੋੜ੍ਹੇ ਸ਼ਬਦਾਂ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕਰੋ, ਤਾਂ ਕਿ ਸਾਹਮਣੇ ਵਾਲਾ ਸਮਝ ਜਾਏ। ਨਾ ਕਿ ਵੱਡੇ ਵੱਡੇ ਲੰਬੇ ਲੰਬੇ ਭਾਸ਼ਣ ਜਿਹੜੇ ਹੈ ਉਹ ਨਹੀਂ ਦੇਣੇ ਚਾਹੀਦੇ, ਉਸ ਦੇ ਨਾਲ ਉਹ ਵਧੀਆ ਤਰੀਕਾ ਨਹੀਂ ਹੁੰਦਾ। ਫਿਰ ਉਹਨਾਂ ਨੇ ਦੱਸਿਆ ਕਿ 100 ਸਾਲ ਜ਼ਿੰਦਗੀ ਦੇ ਮਿਲ ਜਾਣ ਇੱਕ ਮੂਰਖ ਨੂੰ, ਉਹ ਨਹੀਂ ਚੰਗੇ। ਇੱਕ ਦਿਨ ਜ਼ਿੰਦਗੀ ਦਾ ਚਾਹੇ ਮਿਲ ਜਾਏ ਸਮਝਦਾਰ ਇਨਸਾਨ ਵਾਲਾ, ਉਹ ਇੱਕ ਦਿਨ ਮਿਲਿਆ ਵੀ ਜ਼ਿੰਦਗੀ ਦਾ ਚੰਗਾ ਹੁੰਦਾ ਹੈ। ਯਾਨੀ ਕਿ ਮੂਰਖ ਵਾਲੀ ਜ਼ਿੰਦਗੀ, ਮੂਰਖਤਾ ਮੂਰਖਾਂ ਵਾਂਗੂ 100 ਸਾਲ ਮਿਲ ਜਾਣ, ਮੂਰਖਾਂ ਵਾਲੀ ਜ਼ਿੰਦਗੀ ਬਿਤਾਉਣ ਵਾਸਤੇ 100 ਸਾਲ ਮਿਲ ਜਾਏ, ਉਸ ਨਾਲੋਂ ਚੰਗਾ ਭਾਵੇਂ ਇੱਕ ਦਿਨ ਹੀ ਮਿਲੇ, ਲੇਕਿਨ ਚੰਗੇ ਸਮਝਦਾਰ ਮਨੁੱਸ਼ ਵਾਲਾ ਮਿਲੇ, ਉਹ ਗੱਲ ਚੰਗੀ ਹੁੰਦੀ ਹੈ। ਫਿਰ ਉਹਨਾਂ ਨੇ, ਮਹਾਤਮਾ ਬੁੱਧ ਨੇ ਕੁਝ ਹੋਰ ਵਚਨ ਦਿੱਤੇ ਹਨ ਜੋ ਤੁਹਾਡੀ ਕਿਤਾਬ ਵਿੱਚ ਹੈ। ਉਹਨਾਂ ਨੇ ਕਿਹਾ ਕਿ ਕਹਿੰਦੇ ਕਿ ਜਿਹੜਾ ਜ਼ਰੂਰੀ ਨਹੀਂ ਕਿ ਜਿਹੜਾ ਭਗਵੇ ਕੱਪੜੇ ਪਾ ਲੇ ਉਹ ਸਾਧੂ ਸੰਤ ਹੀ ਹੋ ਜਾਂਦਾ ਹੈ, ਕਿਉਂਕਿ ਹੋ ਸਕਦਾ ਭਗਵੇ ਕੱਪੜੇ ਪਾਏ ਨੇ ਪਰ ਉਸਦੇ ਦਿਲ ਵਿੱਚ ਮੈਲ ਹੋਵੇ, ਦਿਲ ਵਿੱਚ ਪਾਪ ਹੋਏ ਵੀ। ਹੋਰ ਉਹਨਾਂ ਨੇ ਕਿਹਾ ਕਿ ਉਸ ਇਨਸਾਨ ਵਾਸਤੇ ਰਾਤ ਬਹੁਤ ਲੰਬੀ ਹੈ ਜਿਸ ਨੂੰ ਜਾਗਣਾ ਪੈ ਜਾਂਦਾ ਹੈ। ਜੇ ਕਿਸੇ ਦੇ ਘਰ ਕੋਈ ਮੌਤ ਹੋ ਜਾਂਦੀ ਹੈ ਜਾਂ ਕਿਸੇ ਦੇ ਘਰ ਕੋਈ ਦੁੱਖ ਆ ਜਾਂਦਾ ਹੈ ਤਾਂ ਉਹਨੂੰ ਦੁੱਖ ਵਿੱਚ ਜਾਗਣਾ ਪੈ ਜਾਂਦਾ ਹੈ, ਉਸ ਵਾਸਤੇ ਉਹ ਰਾਤ ਬਹੁਤ ਲੰਬੀ ਹੋ ਜਾਂਦੀ ਹੈ। ਅਤੇ ਜੇ ਉਹੀ ਰਾਤ ਸਾਨੂੰ ਖੁਸ਼ੀਆਂ ਵਿੱਚ ਜਾਗਣੀ ਪਏ ਤਾਂ ਉਹ ਸਾਡੇ ਵਾਸਤੇ ਬਹੁਤ ਸੁਖਾਲੀ ਹੋ ਜਾਂਦੀ ਹੈ। ਫਿਰ ਮਹਾਤਮਾ ਨੇ ਅਗਲਾ ਵਿਚਾਰ ਦਿੱਤਾ ਕਿ ਜਿਹੜਾ ਥੱਕਿਆ ਟੁੱਟਿਆ ਵਿਅਕਤੀ ਹੋਏਗਾ ਨਾ, ਉਸਨੂੰ ਕਹਿ ਦਿਓ ਕਿ ਤੂੰ ਹੋਰ ਤੁਰਨਾ ਹੈ, ਤਾਂ ਉਸ ਵਾਸਤੇ ਪੈਂਡਾ ਜਿਹੜਾ ਹੈ ਉਹ ਹੋਰ ਕਸ਼ਟਦਾਇਕ ਲੱਗਦਾ, ਉਸਨੂੰ ਲੰਮਾ ਲੱਗਦਾ। ਅਤੇ ਜਿਹੜਾ ਬੰਦਾ ਥੱਕਿਆ ਟੁੱਟਿਆ ਨਾ ਹੈ ਉਹ ਫਟਾਫਟ ਤੁਰ ਸਕਦਾ ਹੈ। ਯਾਨੀ ਕਹਿਣ ਦਾ ਭਾਵ, ਜਿਹਨੇ ਜ਼ਿੰਦਗੀ ਵਿੱਚ ਸੁੱਖ ਵੇਖੇ ਹੋਣ ਨਾ, ਉਹ ਆਪਣੀ ਜ਼ਿੰਦਗੀ ਵਧੀਆ ਤੇ ਉਹ ਜਿੰਦਾ, ਹੋਰ ਲੋਕਾਂ ਨੂੰ ਵੀ ਕਹੇਗਾ ਕੋਈ ਗੱਲ ਨਹੀਂ ਜੀਓ। ਪਰ ਜਿਸ ਇਨਸਾਨ ਨੇ ਦੁੱਖ ਵੇਖੇ ਹੋਣ ਨਾ, ਉਹਨੂੰ ਹੀ ਪਤਾ ਹੁੰਦਾ ਹੈ ਕਿ ਜ਼ਿੰਦਗੀ ਜੀਵੀ ਕਿਸ ਤਰ੍ਹਾਂ ਜਾਂਦੀ ਹੈ, ਦੁੱਖਾਂ 'ਚੋਂ ਨਿਕਲਣਾ ਕਿਸ ਤਰ੍ਹਾਂ ਹੁੰਦਾ ਹੈ। ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਉਹ ਇਨਸਾਨ ਮੂਰਖ ਹੈ ਜਿਹੜਾ ਆਪਣੇ ਆਪ ਨੂੰ ਸਮਝਦਾਰ ਦੱਸੀ ਜਾਏ ਕਿ ਮੈਂ ਬੜਾ ਸਿਆਣਾ, ਜਿਹੜਾ ਆਪਣੀਆਂ ਹਰ ਵਕਤ ਸਿਫਤਾਂ ਕਰਦਾ ਰਹੇ, ਆਪਣੀ ਪ੍ਰਸ਼ੰਸਾ ਖੁਦ ਹੀ ਕਰਦਾ ਰਹੇ। ਕਈ ਲੋਕਾਂ ਨੂੰ ਆਦਤ ਹੁੰਦੀ ਹੈ, ਜਿਹੜੇ ਕਈ ਉੱਚੀ ਕੁਰਸੀ 'ਤੇ ਬੈਠੇ ਉਹਨਾਂ ਨੂੰ ਆਦਤ ਹੁੰਦੀ ਆਪਣੇ ਬਾਰੇ ਕਈ ਜਾਣਾ, ਮੈਂ ਚੰਗਾ, ਮੈਂ ਚੰਗੀ ਹਾਂ, ਮੈਂ ਬਹੁਤ ਵਧੀਆ ਬੋਲਦੀ ਹਾਂ, ਮੈਂ ਬਹੁਤ ਵਧੀਆ ਪੜ੍ਹਾਉਂਦੀ ਹਾਂ, ਜਾਂ ਕੁਝ ਵੀ। ਕਹਿੰਦੇ ਉਹ ਸਭ ਤੋਂ ਵੱਡਾ ਮੂਰਖ ਹੈ ਜਿਹੜੀ ਆਪਣੀ ਪ੍ਰਸ਼ੰਸਾ
खुद ही करे ਉਹ ਸਭ ਤੋਂ ਵੱਡਾ ਮੂਰਖ ਹੈ। ਫਿਰ ਇੱਕ ਹੋਰ ਵਚਨ ਮਹਾਤਮਾ ਬੁੱਧ ਨੇ ਸਮਝਾਇਆ ਕਿ ਜਿਨ੍ਹਾਂ ਕੋਲ ਬਹੁਤ ਧਨ ਹੁੰਦਾ ਹੈ, ਪੈਸਾ ਹੁੰਦਾ ਹੈ, ਤੇ ਜਿਹੜੇ ਲੋਕ ਆਪਣੇ ਧਨ ਦੀ ਵਰਤੋਂ, ਆਪਣੇ ਪੈਸੇ ਦੀ ਵਰਤੋਂ ਸਿਰਫ ਆਪਣੇ ਵਾਸਤੇ ਕਰਨ, ਉਹ ਸਭ ਤੋਂ ਘਟੀਆ ਲੋਕ ਨੇ, ਉਹ ਜ਼ਹਿਰੀਲੇ ਸੱਪ ਦੇ ਸਮਾਨ ਨੇ। ਜਿਨ੍ਹਾਂ ਕੋਲ ਅਗਰ ਰੱਬ ਨੇ ਵਾਧੂ ਧਨ ਦਿੱਤਾ ਹੈ, ਵਾਧੂ ਧਨ ਦੌਲਤ ਦਿੱਤੀ, ਤਾਂ ਉਹਨਾਂ ਨੂੰ ਦੂਸਰਿਆਂ ਦੀ ਮਦਦ ਵਿੱਚ ਲਾਉਣਾ ਚਾਹੀਦਾ ਹੈ, ਨਾ ਕਿ ਸਿਰਫ ਸਾਰਾ ਆਪਣੇ ਉੱਪਰ ਹੀ ਖਰਚ ਨਹੀਂ ਕਰਨਾ ਚਾਹੀਦਾ। ਦੂਸਰਿਆਂ ਦੀ ਮਦਦ ਵੀ ਹਮੇਸ਼ਾ ਕਰਨੀ ਚਾਹੀਦੀ ਹੈ। ਕਹਿੰਦੇ ਜੇ ਕੋਈ ਉਹ ਬੰਦਾ ਅਕ੍ਰਿਤਕਣ ਹੈ, ਅਕ੍ਰਿਤਕਣ ਹੈ, ਜਿਹੜਾ ਇਸ ਧਰਤੀ ਤੇ ਜਨਮ ਲੈ ਕੇ ਧਰਤੀ ਵਾਸਤੇ ਹੀ ਕੁਝ ਨਾ ਕਰੇ ਵੀ। ਜਿਹਨੇ ਧਰਤੀ ਤੇ ਜਨਮ ਲਿਆ, ਧਰਤੀ ਨੂੰ ਜਿਸ ਨੂੰ ਮਾਂ ਦਾ ਦਰਜਾ ਦਿੱਤਾ ਹੈ, ਸਾਡਾ ਕਿੰਨਾ ਬੋਝ ਸਹਿੰਦੀ ਹੈ, ਤੇ ਕਹਿੰਦੇ ਉਸ ਧਰਤੀ ਵਾਸਤੇ ਜੇਕਰ ਅਸੀਂ ਕੁਝ ਨਾ ਕੀਤਾ ਤੇ ਸਾਡੇ ਤੋਂ ਵੱਡਾ ਕੋਈ ਉਹ ਵਿਅਕਤੀ ਅਕ੍ਰਿਤਕਣ ਨਹੀਂ ਹੈ। ਫਿਰ ਇਹ ਗੱਲਾਂ ਨੂੰ ਉਹਨਾਂ ਨੇ, ਮਹਾਤਮਾ ਬੁੱਧ ਨੇ ਹੋਰ ਇੱਕ ਗੱਲ ਕਹੀ ਕਿ ਜਿਹੜੀ ਸਾਡੇ ਮੂੰਹ ਵਿੱਚ ਜੀਭ ਹੁੰਦੀ ਹੈ ਨਾ, ਉਹਨਾਂ ਨੇ ਕਿਹਾ ਕਿ ਜੀਭ ਨਹੀਂ ਹੈ, ਇਹ ਮੂੰਹ ਵਿੱਚ ਇੱਕ ਰੱਖੀ ਕੁਹਾੜੀ ਦੇ ਸਮਾਨ ਹੈ। ਜਿਹੜੀ ਸਾਡੇ ਮੂੰਹ 'ਚ ਜੀਭ ਹੈ, ਇਹ ਇੰਪੋਰਟੈਂਟ ਕੁਐਸਚਨ ਹੈ, ਪੇਪਰਾਂ 'ਚ ਅਕਸਰ ਆ ਜਾਂਦਾ ਹੈ ਕਿ ਮੂੰਹ ਵਿੱਚ ਰੱਖੀ ਕੁਹਾੜੀ ਕਿਹਨੂੰ ਕਿਹਾ ਹੈ ਮਹਾਤਮਾ ਬੁੱਧ ਨੇ, ਤੇ ਕਿਉਂ ਕਿਹਾ ਹੈ। ਮੂੰਹ ਵਿੱਚ ਜਿਹੜੀ ਜੀਭ, ਉਸ ਨੂੰ ਉਹਨਾਂ ਨੇ ਕਿਹਾ ਹੈ ਮੂੰਹ ਵਿੱਚ ਰੱਖੀ ਕੁਹਾੜੀ ਹੈ, ਕਿਉਂਕਿ ਇਹੀ ਜੀਭ ਦੇ ਨਾਲ ਅਸੀਂ ਮਾੜਾ ਬੋਲ ਕੇ ਸਾਹਮਣੇ ਵਾਲੇ ਨੂੰ ਦੁਖੀ ਵੀ ਕਰ ਸਕਦੇ ਹਾਂ। ਇਹੀ ਜੀਭ ਨਾਲ ਅਸੀਂ ਚੰਗਾ ਬੋਲ ਕੇ ਸਾਹਮਣੇ ਵਾਲੇ ਨੂੰ ਸੁੱਖ ਵੀ ਦੇ ਸਕਦੇ ਹਾਂ। ਸੋ ਇਸ ਜੀਭ ਦਾ ਸਹੀ ਤਰੀਕੇ ਨਾਲ ਸੋਚ ਸਮਝ ਕੇ ਸਹੀ ਜਗ੍ਹਾ 'ਤੇ ਇਸਤੇਮਾਲ ਕਰਨਾ ਚਾਹੀਦਾ ਹੈ। ਜੇ ਨਹੀਂ ਚੰਗਾ ਬੋਲਣਾ ਆਉਂਦਾ ਤਾਂ ਘੱਟੋ ਘੱਟ ਚੁੱਪ ਹੀ ਰਹੋ। ਔਰ ਕਿਸੇ ਦਾ ਵੀ ਦਿਲ, ਉਹਨਾਂ ਨੇ ਕਿਹਾ ਸੀ ਕਿ ਸਭ ਤੋਂ ਵੱਡਾ ਪਾਪ ਜਿਹੜਾ ਮਹਾਤਮਾ ਬੁੱਧ ਨੇ ਦੁਨੀਆ ਵਿੱਚ ਦੱਸਿਆ ਕਿ ਕਿਹੜਾ ਹੁੰਦਾ ਹੈ, ਕਿਸੇ ਦਾ ਦਿਲ ਦੁਖਾਉਣਾ। ਸਾਨੂੰ ਚਾਹੁੰਦਿਆਂ ਜਾਂ ਨਾ ਚਾਹੁੰਦਿਆਂ ਵੀ ਸਾਹਮਣੇ ਵਾਲੇ ਜਾਂ ਕਿਸੇ ਦਾ ਵੀ ਦਿਲ ਜਿਹੜਾ ਕਦੀ ਨਹੀਂ ਦੁਖਾਉਣਾ ਚਾਹੀਦਾ। ਸੋ ਇਹ ਸੀ ਚੈਪਟਰ ਮਹਾਤਮਾ ਬੁੱਧ ਦੀਆਂ ਸੂਖਮਤਾਈਆਂ। ਉਮੀਦ ਕਰ ਰਹੀ ਹਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ, ਪਰ ਫਿਰ ਵੀ ਜੇ ਕੋਈ ਚੀਜ਼ ਰਹਿ ਗਈ ਜਾਂ ਕੋਈ ਸ਼ਬਦ ਚੈਪਟਰ ਵਿੱਚ ਕੋਈ ਗੱਲ ਨਹੀਂ ਸਮਝ ਆਈ, ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ। ਦੁਬਾਰਾ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਉਮੀਦ ਕਰਾਂਗੇ ਤੁਸੀਂ ਆਪਣੀ ਇਸ ਪਾਠ ਨੂੰ ਚੰਗੀ ਤਰ੍ਹਾਂ ਘਰ ਬੈਠ ਕੇ ਪੜ੍ਹੋਗੇ। ਧੰਨਵਾਦ।